ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮਨੁੱਖ ਦੀ ਬਰਤਰ ਪਰਿਪੂਰਨ ਪਰਮਾਤਮਾ ਨੇ ਇਸ ਢੰਗ ਦੀ ਕੀਤੀ ਹੈ। ਇਸ ਦੀ ਦੁਨੀਆ ਕੁਛ ਬਾਹਰ ਪਈ ਹੈ, ਕੁਛ ਅੰਦਰ ਹੈ। ਜੈਸੇ ਸਰੀਰ ਦੀ ਅੰਦਰ ਦੀ ਪਵਨ ਦਾ ਬਾਹਰ ਦੀ ਪਵਨ ਨਾਲ ਸੰਬੰਧ ਜੁੜਿਆ ਹੋਇਆ, ਸਰੀਰ ਦੇ ਅੰਦਰ ਪਏ ਹੋਏ ਪਾਣੀ ਦਾ ਬਾਹਰ ਦੇ ਪਾਣੀ ਨਾਲ ਸੰਬੰਧ ਹੈ। ਸਰੀਰ ਦੀ ਮਿੱਟੀ ਦਾ ਬਾਹਰ ਦੀ ਮਿੱਟੀ ਨਾਲ ਜੁੜਿਆ ਹੋਇਆ ਸੰਬੰਧ ਹੈ। ਅਸੀਂ ਕੁਛ ਬਾਹਰ ਹਾਂ, ਕੁਛ ਅੰਦਰ ਹਾਂ। ਇੱਕ ਸਵਾਸ ਅਸੀਂ ਬਾਹਰ ਕੱਢਦੇ ਹਾਂ, ਇੱਕ ਅੰਦਰ ਲੈ ਲੈਂਦੇ ਹਾਂ। ਜੇ ਸਿਰਫ ਅੰਦਰ ਲਈਏ ਤੇ ਕਹੀਏ ਬਾਹਰ ਨਹੀਂ ਕੱਢਣਾ, ਤਾਂ ਵੀ ਅਸੀਂ ਨਹੀਂ ਰਹਿ ਸਕਾਂਗੇ। ਔਰ ਜੇ ਬਾਹਰ ਹੀ ਸਵਾਸ ਕੱਢ ਦਈਏ ਤੇ ਫਿਰ ਅੰਦਰ ਨਾ ਲੈ ਜਾਈਏ, ਤਾਂ ਵੀ ਜੀਵਣਾ ਔਖਾ ਹੋਵੇਗਾ। ਇੱਥੋਂ ਹੀ ਅਧਿਆਤਮਵਾਦੀਆਂ ਨੇ ਇਹ ਤੱਤ ਕੱਢਿਆ ਕਿ ਅਸੀਂ ਕੁਛ ਬਾਹਰ ਹਾਂ, ਕੁਛ ਅੰਦਰ ਹਾਂ। ਸਾਡੀ ਦੁਨੀਆ ਕੁਛ ਬਾਹਰ ਹੈ, ਕੁਛ ਅੰਦਰ ਹੈ। ਕੁਛ ਬਾਹਰ ਦੀ ਦੌਲਤ ਹੈ, ਕੁਛ ਅੰਦਰ ਦੀ ਦੌਲਤ ਹੈ। ਕੁਛ ਬਾਹਰ ਦਾ ਕੁਟੁੰਬ ਪਰਿਵਾਰ ਹੈ, ਕੁਛ ਅੰਦਰ ਦਾ ਕੁਟੁੰਬ ਪਰਿਵਾਰ ਹੈ। ਬਾਹਰ ਦਾ ਜੋ ਕੁਟੁੰਬ ਪਰਿਵਾਰ ਹੈ ਸਾਡਾ, ਉਸ ਦੀ ਤੇ ਸੂਝ ਬੂਝ ਸਾਨੂੰ ਪੂਰਨ ਰੂਪ ਵਿੱਚ ਹੈ। ਪਰ ਅੰਦਰ ਦਾ ਸਾਡਾ ਕੀ ਪਰਿਵਾਰ ਹੈ, ਇਸ ਦੀ ਜਾਣਕਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਾਉਂਦੇ ਨੇ। ਦੂਸਰੀ ਉਦਾਸੀ ਦਾ ਭਰਮਣ ਕਰਕੇ ਜਦ ਆਪ ਤੀਸਰੀ ਉਦਾਸੀ ਦੀ ਪੂਰਨ ਰੂਪ ਵਿੱਚ ਤਿਆਰੀ ਕਰਨ ਲੱਗੇ, ਤਾਂ ਆਪ ਦੀ ਮਾਤਾ ਜਗਤ ਮਾਤਾ ਤ੍ਰਿਪਤਾ ਜੀ ਨੇ ਆਪ ਨੂੰ ਪ੍ਰੇਰਿਆ ਕਿ ਹੁਣ ਤੁਸੀਂ ਕੁਟੁੰਬ ਵਾਲੇ ਹੋ, ਪਰਿਵਾਰ ਵਾਲੇ ਹੋ, ਤੁਹਾਡੇ ਬੱਚੇ ਹੈਗੇ ਨੇ, ਤੁਹਾਡੀ ਪਤਨੀ ਵੀ ਹੈਗੀ ਹੈ, ਔਰ ਪਰਿਵਾਰ ਵਿੱਚ ਰਹਿਣਾ ਵੀ ਤੁਹਾਡਾ ਧਰਮ ਹੈ, ਮੁੱਖ ਧਰਮ ਹੈ। ਤਾਂ ਉਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਮਾਤਾ ਪ੍ਰਤੀ ਜੋ ਬਚਨ ਉਚਾਰਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਕਾਇਦਾ ਦਰਜ ਨੇ। ਆਪਨੇ ਫਰਮਾਨ ਕੀਤਾ, ਮਾਤਾ ਮੈਂ ਜਿੱਧਰ ਵੀ ਜਾਂਦਾ ਆਪਣਾ ਪਰਿਵਾਰ ਨਾਲ ਲੈ ਕੇ ਜਾਣਾ, ਔਰ ਮੈਂ ਕਦੇ ਪਰਿਵਾਰ ਤੋਂ ਵਿਛੜਿਆ ਹੀ ਨਹੀਂ। ਪਰਿਵਾਰ ਮੇਰੇ ਨਾਲ ਹੁੰਦਾ ਜਿਸ ਪਾਸੇ ਵੀ ਮੈਂ ਜਾਵਾਂ। ਤ੍ਰਿਪਤਾ ਜੀ ਹੈਰਾਨ ਹੋ ਗਈਆਂ ਕਿ ਪਰਿਵਾਰ ਨਾਲ ਜਾਂਦਾ, ਅਸੀਂ ਸਾਰੇ ਇੱਥੇ ਹੀ ਆਉਂਦੇ ਹਾਂ, ਕੋਈ ਨਾਲ ਗਿਆ ਨਹੀਂ। ਮਰਦਾਨੇ ਤੇ ਬਾਲੇ ਤੋਂ ਬਿਨਾਂ ਪਰਿਵਾਰ ਦਾ ਕੋਈ ਫਰਦ ਨਾਲ ਨਹੀਂ। ਪਰ ਨਾਨਕ ਜੀ ਕਹਿ ਰਹੇ ਨੇ ਪਰਿਵਾਰ ਮੇਰੇ ਨਾਲ ਹੈ, ਔਰ ਮੈਂ ਜਿੱਧਰ ਜਾਣਾ ਪਰਿਵਾਰ ਮੇਰੇ ਨਾਲ ਜਾਂਦਾ ਹੈ। ਇਹ ਤੇ ਸੁਦਾਈਆਂ ਵਾਲੀ ਗੱਲ ਹੋਈ। ਅਕਸਰ ਸੰਸਾਰ ਦੀ ਦ੍ਰਿਸ਼ਟੀ ਵਿੱਚ ਭਗਤ ਲੋਕ, ਮਹਾਂਪੁਰਸ਼ ਪਾਗਲ ਹੀ ਕਹਿਲਾਏ ਗਏ, ਉਹਨਾਂ ਨੂੰ ਪਾਗਲ ਹੀ ਆਖਿਆ ਗਿਆ। ਕਾਰਨ ਉਹਨਾਂ ਦੇ ਵਿਚਾਰ, ਉਹਨਾਂ ਦੇ ਬੋਲ ਸਮਾਜ ਦਾ ਹਿੱਸਾ ਨਹੀਂ ਬਣਦੇ ਸਨ, ਵਿਵਹਾਰ ਦਾ ਹਿੱਸਾ ਨਹੀਂ ਬਣਦੇ ਸਨ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਵਿਵਹਾਰ ਨੂੰ, ਉਹਨਾਂ ਦੇ ਬਚਨਾਂ ਨੂੰ ਢਾਲਣਾ ਬੜੀ ਔਖੀ ਗੱਲ ਹੋ ਗਈ। ਜਿਸ ਤਰ੍ਹਾਂ ਪਾਗਲ ਦੇ ਬੋਲ ਸੰਸਾਰ ਨਾਲ ਤਾਲਮੇਲ ਨਹੀਂ ਖਾਂਦੇ, ਸਮਾਜ ਦਾ ਹਿੱਸਾ ਨਹੀਂ ਬਣਦੇ, ਭਗਤਾਂ ਦੇ ਬੋਲ ਵੀ ਸਮਾਜ ਦਾ ਹਿੱਸਾ ਨਹੀਂ ਬਣਦੇ। ਇਸ ਵਾਸਤੇ ਜਿੱਥੇ ਪਾਗਲ ਸਮਾਜ ਨਾਲੋਂ ਟੁੱਟ ਜਾਂਦਾ ਹੈ, ਕਰੀਬਨ ਭਗਤ ਵੀ ਸਮਾਜ ਨਾਲੋਂ ਟੁੱਟ ਜਾਂਦੇ ਨੇ। ਅੱਜ ਤੱਕ ਦਾ ਇਤਿਹਾਸ ਇਹੀ ਕਹਿੰਦਾ ਹੈ। ਔਰ ਗੁਰੂ ਨਾਨਕ ਦੀ ਬਾਣੀ ਨੇ ਤੇ ਸਾਫ਼ ਫੈਸਲਾ ਕੁਨ ਗੱਲ ਕਹਿ ਦਿੱਤੀ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਤੇ ਸੰਸਾਰੀ ਦਾ ਜੋੜ ਕਦੀ ਜੁੜਿਆ ਹੀ ਨਹੀਂ, ਮੇਲ ਕਦੀ ਹੋਇਆ ਹੀ ਨਹੀਂ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਆਖਿਆ ਕਿ ਪਰਿਵਾਰ ਮੇਰੇ ਨਾਲ ਜਾਂਦਾ ਹੈ, ਔਰ ਮੈਂ ਜਿੱਧਰ ਜਾਣਾ ਪਰਿਵਾਰ ਅੰਗ ਸੰਗ ਹੈ, ਤਾਂ ਤ੍ਰਿਪਤਾ ਜੀ ਹੱਸ ਪਈਆਂ। ਆਖਣ ਲੱਗੇ, ਨਾਨਕ ਜੀ ਤੁਸੀਂ ਵਾਕਈ ਸੁਦਾਈਆਂ ਦੀ ਤਰ੍ਹਾਂ ਗੱਲ ਕਰਨ ਲੱਗੇ। ਜਗਤ ਤੇ ਸੁਦਾਈ ਕਹਿੰਦਾ ਹੀ ਸੀ ਬਈ ਤੂੰ ਸੁਦਾਈ ਹੈ। ਅੱਜ ਮੈਨੂੰ ਵੀ ਕਹਿਣਾ ਪਏਗਾ ਇਹ ਬੋਲ ਸੁਦਾਈਆਂ ਵਾਲੇ ਨੇ, ਪਾਗਲਾਂ ਵਾਲੇ ਨੇ। ਪਰਿਵਾਰ ਤੇ ਸਾਰਾ ਇੱਥੇ ਹੀ ਹੁੰਦਾ ਹੈ। ਤੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਮਾਂ ਇਹ ਤੇ ਸੋਚਣ ਦੀ ਗੱਲ ਹੈ, ਇਹ ਤੇ ਮਨੁੱਖ ਦੇ ਮੰਨਣ ਦੀ ਗੱਲ ਹੈ। ਮੈਂ ਜੋ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ। ਮੈਂ ਜਿੱਧਰ ਜਾਣਾ ਮੇਰਾ ਪਰਿਵਾਰ ਮੇਰੇ ਨਾਲ ਜਾਂਦਾ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਾਤਾ ਜੀ ਨੇ ਪੁੱਛ ਲਿਆ, ਇਹ ਦੱਸ ਜਿਹੜਾ ਪਰਿਵਾਰ ਨਾਲ ਜਾਂਦਾ ਹੈ ਉਹਦੇ ਚ ਮਾਂ ਹੈ, ਪਿਤਾ ਹੈ?
ਸਾਹਿਬ ਕਹਿਣ ਲੱਗੇ, ਹਾਂ, ਜਿਹੜਾ ਪਰਿਵਾਰ ਮੇਰੇ ਨਾਲ ਜਾਂਦਾ ਹੈ ਉਹਦੇ ਚ ਮਾਂ ਵੀ ਹੈ। ਤੂੰ ਹੁਣ ਤੇ ਹੈਰਾਨ ਹੋਈਆਂ ਤੇ ਖਿੜਖਿੜਾ ਕੇ ਹੱਸ ਵੀ ਪਈਆਂ। ਪੁੱਤਰ, ਤੂੰ ਵਾਕਈ ਸੁਦਾਈਆਂ ਵਾਲੀ ਗੱਲ ਕਰਦਾ, ਵਾਕਈ ਪਗਲਿਆਂ ਵਾਲੀ ਗੱਲ ਕਰਦਾ। ਮੈਂ ਤੇ ਕਦੀ ਨਾਲ ਨਹੀਂ ਗਈ, ਮੈਂ ਤੇ ਇੱਥੇ ਤਲਵੰਡੀ ਦੇ ਚ ਹੀ ਰਹੀ ਹਾਂ, ਪਰ ਤੂੰ ਕਹਿੰਦਾ ਮੇਰੇ ਨਾਲ ਹੈ ਮਾਂ। ਫਿਰ ਸੋਚੀ ਪੈ ਕੇ ਕਹਿੰਦੀਆਂ ਨੇ, ਕਿਧਰੇ ਐਸਾ ਤੇ ਨਹੀਂ ਤੂੰ ਮੇਰੀ ਯਾਦ ਨਾਲ ਲੈ ਜਾਣਾ ਤੇ ਇਹੀ ਆਖਣਾ ਚਾਹੁੰਦਾ ਹੋਵੇਂ ਤੇ ਮੈਂ ਸਮਝਦੀ ਨਾ ਹੋਵਾਂ। ਸਾਹਿਬ ਕਹਿਣ ਲਗੇ, ਹਾਂ, ਕਹਿਣਾ ਤੇ ਕੁਛ ਮੈਂ ਐਸਾ ਚਾਹਨਾ ਮਾਂ, ਅਜੇ ਵੀ ਤੂੰ ਨਹੀਂ ਸਮਝੀ। ਕਹਿੰਦੇ ਨੇ, ਭਗਤਾਂ ਤੋਂ, ਬ੍ਰਹਮ ਗਿਆਨੀਆਂ ਤੋਂ ਚਾਰ ਤਰ੍ਹਾਂ ਦੇ ਜਿਹੜੇ ਮਨੁੱਖ ਨੇ ਉਹ ਕੋਈ ਲਾਭ ਨਹੀਂ ਉਠਾਉਂਦੇ। ਇੱਕ ਤੇ ਮਾਂ ਬਾਪ, ਦੂਸਰੇ ਸ਼ਰੀਕ, तीसरे जिगरी दोस्त और चौथे दुश्मन। ये कोई लाभ नहीं उठाते, ये उन्हों की गल नूं समझना भी नहीं चाहते और उन्हों तो लाभ भी नहीं उठाना चाहते। तो ममता की मारी हुई तृप्ता ममता की दृष्टि नाल गुरु नानक नूं वेखदी है और गुरु नानक इस दुनिया तो बहुत उच्चे अगांह की गल कर रहे हैं। मां, मैं जिधर जाना परिवार मेरे नाल आउंदा। क्या उस परिवार विच मां भी है? हाँ, मां भी है। तो तृप्ता जी ने पूछ लिया, नानक जी दसो उस मां दा नां की है जो नाल जांदी है? तो सतगुर माता दा नाम दसदे न, परिवार दे सारे फर्दां दा नाम दसदे न और यह शब्द गुरु ग्रंथ साहब जी महाराज दे अंदर गौड़ी राग दे दूसरे नंबर ते आया है। सतगुर कहंदे न, माता मत पिता संतोख है, सत भाई कर एह विसेक। मेरी जो माता है वो शुभ मत है, चंगी मत है। ये कदम कदम ते मेरी रखिया कर दी है, मेरी हिफाजत कर दी। असी उसनू यतीम कहते हैं जिसकी मां मर जाए, पर गुरु नानक कहते नहीं, उसनू यतीम ना आखो जिसकी मां मर जाती है, यतीम उसनू आखो जिसकी मत मर जाती है। जिसकी मां मर जाए वो जिंदा रहने के वसीले लभ लैंदा है, ठोकरां तो कई दफा बच भी सकता है, पर जिसकी मत मर जाए वो ते कदम कदम ते ठोकरां खांदा है। बुद्धिहीन मनुख कदम कदम ते ठोकरां खांदे ने। तो साहब कहंदे ने कि चंगी मत, श्रेष्ठ मत, उत्तम विचार, उत्तम फिलसफा, प्रभु चिंतन, ये जिहड़ी चंगी मत है ये मेरी मां है और मेरे नाल है और हर कदम ते मेरी हिफाजत कर दी है, मेरी पालना कर दी है, मेरे ते ममता डुलांदी। तो ठीक है, चंगी मत ये मां हुई। पिता कौन है? संसार दे जितना सारा अनर्थ चल रहा है ये मत दे मरण नाल चलदा है। जब मत मर जाए तो मनुख गुंडा हो जाता है, बदमाश हो जाता है, दुराचारी हो जाता है, चोर बन जाता है। दुनिया दे जिस जिस दी भी मत मर गई है उन्हां मनुखां दे कारण बड़ा अनर्थ है। जिन्हां दी मां मर गई है उन्हां दे कारण करके संसार नूं कोई हानि नहीं है, बल्कि वो ते विचारे दया दे पात्र ने। पर जिन्हां दी मत मर गई है वो ऐसे यतीम ने, कई दफा समुची मनुखता नूं यतीम बनाउण दे विच भागी बन जाते हैं। तो माता मत पिता संतोख। साहिब कहते हैं मेरे पिता का नाम है संतोख। ये हर हालत विच मैनूं खुश रखता है। लोभ ते संतोख की व्याख्या दो लफ्जां विच करनी होवे तां इतनी है, जो कुछ है जैसा है सब ठीक है, ये संतोखी की भाव दशा होती है। जो कुछ है जैसा है प्रवान है, कबूल है। लोभी की मानसिक दशा की है, जो कुछ है जैसा है कबूल नहीं। जैसा परिवार है, जैसा संसार है, जैसे मां बाप ने, जैसी धन संपदा है, जैसी मेरी प्रारब्ध है, ये प्रवान नहीं, ये कबूल नहीं। ते जब कबूल नहीं तो दुखी होवेगा, बेचैन होवेगा। आम कहावत है कि लोभी बंदा फुल्लां दी सेज ते भी तड़पदा है, संतोखी बंदा अंगारियां ते बैठ के भी मस्त रहिंदा है। और इस दे सबूत मिले ने। गुरु अर्जन देव जी महाराज तत्ती तवी ते बैठ के भी मुस्कुराए ने, प्रभु दे गीत गाए ने। संतोखी मनुख हर हालत विच आनंद विच होवेगा और लोभी मनुख
हर हालत विच पीड़ित होवेगा, दुखी होवेगा, परेशान होवेगा। साहिब कहंदे मेरे पिता दा नाम है संतोख। एक गाथा चेते आई है, फातेह आजम सिकंदर कहंदे ने जद हिंदुस्तान नूं फतेह करन वास्ते आया लंबी चौड़ी सेना लैके, तां जिस वक्त दरिया सिंध अबूर करन लगा, सिंध दे तट दे उत्ते एक अजीब मस्त फकीर लेटिया होया सी रेत दे विच। सेना सारी दरिया पार कर चुकी सी, आखिरी टुकड़ी दे विच सिकंदर आप सी। उस मस्त फकीर नूं वेख के रुक गया। बचपन तो ही सिकंदर फकीरां दा मुश्ताक रहा। नेड़े चला गया, रेत दे च लेटिया होया ए महात्मा वेखदा है सिकंदर नूं, पुछ बैठा, सिकंदर किथे चले, किहड़े पासे गमन कीता? सिकंदर कहन लगा, फकीर साईं मैं हिंदुस्तान फतेह करन चला, लंबी चौड़ी सेना लैके। तो फकीर कहन लगा, ठीक है, ये दस जद तू हिंदुस्तान फतेह कर लवेंगा फिर की करेंगा? आखन लगा, फिर मैं हथ दे उत्ते हथ धर के थोड़ी बैठना, मैं कोई होर मुल्क फतेह करांगा। फकीर कहन लगा, जे तू होर मुल्क भी फतेह कर लिया फिर की करेंगा? कहने ने जितने चिर तक सही जवाब ना मिले सवाल अपनी थां ते खड़ा रहता है। समाधान सही ना होवे तो समस्या अपनी थां ते खड़ी रहती है। सिकंदर हैरान होया, सवाल ते अपनी थां ते खड़ा, मैं जो भी जवाब देना ਉਹਦੇ नाल सवाल मिटदा नहीं इस फकीर दा। तो उस फकीर ने कहा, जे कलपत कीता होया तू होर मुल्क भी फतेह कर लिया फिर की करेंगा? तो सिकंदर कहन लगा, फिर मैं कोई होर मुल्क फतेह करांगा, मैं बैठे नहीं रहना, मैं सुस्त आदमी नहीं हाँ, मैं कोई होर मुल्क फतेह करांगा। फकीर कहन लगा, ठीक है, पर सवाल ते अपनी थां ते खड़ा, जे तू होर मुल्क भी फतेह कीता फिर की करेंगा? गुस्से च आके सिकंदर कहन लगा, मैं सारी दुनिया फतेह करांगा, जमीन दा एक इंच खिता भी नहीं रहन देंगा जो मेरे कब्जे विच ना होवे, जो मेरी पकड़ विच ना होवे, मैं सारी दुनिया फतेह करांगा। सिकंदर सोचदा है हुण सवाल खत्म, पर नहीं, फकीर फिर बोलिया, अच्छा सिकंदर ये दस जद तू सारी दुनिया फतेह कर लवेंगा फिर की करेंगा? ये तो ख्वाबो ख्याल दे भी नहीं सोचिया सी सिकंदर ने कि इस तो अगां भी कोई जवाब देना पेगा। सिकंदर जब तू सारी दुनिया फतेह कर लवेंगा फिर की करेंगा? तो फिर सिकंदर कहने लगा, फिर मैं अपने घर जावांगा, आराम करांगा, यूनान वापस जावांगा, आराम करांगा। फकीर कहने लगा, तू 100 पुआड़े पाके आराम करेंगा ते असी आराम कर रहे हैं, असी रेत विच लेटे हुए हैं, असी आराम करदे पे हां, जे तू आराम करना ते आ इत्थे लेट जा, असी आराम दे चा। तू 100 पुआड़े पा के आराम करेगा ते असी आराम दे चा, इत्थे तू स्वयं अंदाजा लगा, तू अगे है कि असी अगे हैं। इतिहास गवाह है, हिंदुस्तान तो वापस जांदे होया सिकंदर रस्ते दे च ही दम तोड़ गया, उन्होंने आराम नसीब ना होया। मनुख दी कई दफा सारी भज दौड़ आराम वास्ते होंदी है, ते आराम उसे दिन नसीब आउंदा है जद 4 मनुख चुक के चिता ते रख देंदे ने। इस तो पहले आराम किथे? भज दौड़ है आराम वास्ते, पर भज दौड़ मनुख दे कोल रह जांदी है, आराम नहीं रह जाता। पर जे मन दे संतोख होवे ते ऐसा मनुख हर वक्त विश्राम विच है, ऐसा मनुख हर वक्त आराम विच है, उदी भज दौड़ दे च भी कुछ विश्राम होवेगा। तो साहिब गुरु नानक देव जी महाराज दा फरमान, संतोख मेरा पिता है, मैं जिथे भी जाना है मैनू विश्राम विच रखदा है, आराम देंदा है, सकून देंदा है। माता मत पिता संतोख, सत भाई कर एह विसेख। तो तृप्ता जी ने पूछया, नानक जी ये ते गल समझ दे च आ गई कि जो मत है, श्रेष्ठ मत है, ये थोड़ी मां है, जो संतोख है ये थोड़ा पिता है। पर परिवार विच सिर्फ मां बाप ते नहीं होंदे, पत्नी भी होंदी है,
ਅਸੀਂ ਸੁਲੱਖਣੀ ਨਾਲ ਤੁਹਾਡਾ ਵਿਆਹ ਰਚਾਇਆ ਸੀ, ਤੁਹਾਡੇ ਬੱਚੇ ਵੀ ਹਨ। ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ, ਕਿਆ ਉਸ ਦੇ 'ਚ ਪਤਨੀ ਹੈ? ਕਿਆ ਉਸ ਦੇ 'ਚ ਬੱਚੇ ਹੈਗੇ ਨੇ? ਸਾਹਿਬ ਕਹਿੰਦੇ ਨੇ ਹਾਂ। ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ, ਸਰਮ ਸੁਰਤ ਦੋਏ ਸਸੁਰ ਭਏ, ਕਰਣੀ ਕਾਮਣ ਕਰਮਨ ਲੈ, ਕਰਣੀ ਭਗਤੀ। ਉੱਚਾ ਇਖਲਾਕ ਆਚਰਨ, ਇਹ ਭਗਤੀ ਮੇਰੀ ਕਾਮਣ ਹੈ, ਮੇਰੇ ਨਾਲ ਰਹਿੰਦੀ ਹੈ, ਅੱਠੇ ਪਹਿਰ ਮੇਰੇ ਨਾਲ ਰਹਿੰਦੀ। ਭਗਤੀ ਰੂਪੀ ਕਾਮਣ ਦਾ ਜਨਮ ਕਿੱਥੋਂ ਹੋਇਆ? ਸਾਹਿਬ ਕਹਿੰਦੇ ਨੇ ਸਾਹਾ ਸਰਮ ਸੁਰਤ ਦੋਏ ਸਸੁਰ ਭਏ। ਸ਼ਰਮ ਮਿਹਨਤ, ਸੁਰਤ ਸਿਆਣਪ ਵਿਚਾਰ ਟਿਕਾਓ ਇਕਾਗਰਤਾ। ਮਿਹਨਤ ਰੂਪੀ ਸੋਹਰਾ ਤੇ ਸੁਰਤ ਰੂਪੀ ਸੱਸ ਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ, ਜਿਸ ਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਨੇ ਇਹ ਮੇਰੀ ਕਾਮਣ ਹੈ, ਇਹ ਮੇਰੀ ਇਸਤਰੀ ਹੈ। ਇਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ ਹੈ। ਨਿਜ ਭਗਤੀ ਸੀਲਵੰਤੀ ਨਾਰ, रूप अनूप पूरी आचार, जिच्चर वसी पिता के साथ, तिच्चर कंत बहु फिरे उदास, कर सेवा सतपुरख मनाया, गुर आणी घर में तां सर्ब सुख पाया। भगती नूं नार आख्या है साहिब श्री गुरु अर्जन देव जी महाराज ने भी। कहते ने ज्ञान पुरुष है, भगती इस्त्री है। ज्ञान का जन्म तर्क तो है, संशय तो है, भगती का जन्म शरधा तो है। इस वास्ते असी अक्सर देखते हैं कि इस्त्री जगत विच शरधा प्रधान होंदी है, पुरुष जगत विच ज्ञान प्रधान होंदा है। पर शरधा तो हीणा ज्ञान अधूरा है, और ज्ञान तो हीणी भगती भी अधूरी है। दोहां ने संपूर्ण होना है। भारत के ऋषि मुनिया ने ये चंगे बोल बोले ने कि पुरुष भी अर्ध अंग है, इस्त्री भी अर्ध अंग है, दोवें अर्ध अंग ने। शरीर करके आकार करके ते ये अर्ध अंग है, पर विचार करके सूक्ष्म देही करके भी अर्ध अंग है। जितने चिर तक पुरुष नूं श्रद्धा ना मिल जाए, पुरुष अधूरा ही रहिंदा है। तर्क ते नास्तिकता दे जन्मदाते पुरुष ने, और अंध विश्वास ते भटकदे होए जिहड़े मनुख ने, कहंदे ने इन्हां दे तादाद इस्त्रियां दी ज्यादा होवे। क्योंकि शरधा है, ज्ञान नहीं। पुरुष कोल ज्ञान है, शरधा नहीं। दोवें अधूरे रह जाते। ज्ञान अख है, शरधा पैर है। हुण चलण वास्ते पैर होवन, वेखण वास्ते अख ना होवे, मनुख भटक जाएगा। वेखण वास्ते अख होवे, चलण वास्ते पैर ना होवन, तां भी पहुंचना बहुत औखा है, बहुत औखा है। ज्ञान पुरुष है, भक्ति इस्त्री है। जद किसी मनुख दे अंदर, चाहे वह इस्त्री है ते चाहे वह पुरुष है, ज्ञान ते भक्ति दोहां दा प्रवेश हो जाए, दोहां दा अवतरण हो जाए, वो मनुख पूर्ण पुरख हो जाता है। चाहे वह इस्त्री है चाहे पुरुष है, क्योंकि उसके अंदर ज्ञान भी है, उसके अंदर भक्ति भी है, उसके अंदर श्रद्धा भी है। तो गुरु नानक देव जी महाराज ने माता मत मत विचार उज्जवल मत ज्ञान का पहले जिक्र ही कर दिता है। शर्म सुरत दोए ससुर भय, करनी कामन करमन ले। मेहनत मुशक्कत ए मेरा सौरा है। भाव मैनू अपनी मेहनत ते भरोसा है, मैनू अपनी मुशक्कत ते भरोसा है। गुरु नानक दी दुनिया सुस्त नहीं है, आप मुशक्कत नू बड़ी प्रधानता देंदे ने। उदम करेंदियां जीव तू, कमावदियां सुख भुंच, ध्यावदियां तू प्रभु मिल, नानक उतरी चिंत। जिवें उद्यम करके ही धन कमाईदा है, उद्यम करके ही धर्म कमाईदा है। मुफ्त विच धन नहीं मिलता, मुफ्त विच धर्म भी नहीं मिलता। हो सकता है धन मुफ्त विच भी मिल जाए, धर्म कतई मुफ्त विच नहीं मिलता। कमाना पैंदा है, लाजमी कमाना पैंदा है। असीं देखदे हां पिता दा कमाया होया धन पुत्र नूं मिल जांदा है, कई दफा दादे दा कमाया होया धन पोतरे नूं मिल जांदा है, पर धर्म ते स्वयं कमाना पैंदा है, किसी दा कमाया होया नहीं मिल सकता। इस वास्ते संसार दे विच धन वधदा जा रहा है, धर्म घटदा जा रहा है, क्योंकि धन ते दूसरे दा भी मिल सकता है। प्यो दा धन पुत्र नूं मिल गया, दादे दा धन पोतरे नूं मिल गया। धन दी लाटरी भी निकल आउंदी है, धर्म दी लाटरी नहीं निकलती। धर्म ते स्वयं कमाना पैंदा है, आप कमाना पैंदा है, मेहनत करके कमाना पैंदा है। और ये निजी संपदा खुद निजी हत्थां नाल संग्रह करनी पैंदी है। इस वास्ते संसार दे विच धन वधदा जा रहा है
ਔਰ ਦਿਨ ਬ ਦਿਨ ਧਰਮ ਘਟਦਾ ਜਾ ਰਿਹਾ ਹੈ। ਇੱਥੇ ਧਰਮ ਜੋ ਹੈ ਪਿਓ ਪੁੱਤਰ ਨੂੰ ਨਹੀਂ ਦੇ ਸਕਦਾ, ਔਰ ਪੁੱਤਰ ਵੀ ਪਿਤਾ ਨੂੰ ਨਹੀਂ ਦੇ ਸਕਦਾ। ਧਨ ਐਸਾ ਹੈ ਕਿ ਪੁੱਤਰ ਨੇ ਕਮਾਇਆ ਉਹ ਪਿਤਾ ਦੀ ਝੋਲੀ 'ਚ ਪਾ ਸਕਦਾ ਹੈ, ਔਰ ਪਿਤਾ ਨੇ ਕਮਾਇਆ ਉਹ ਪੁੱਤਰ ਦੇ ਹੱਥਾਂ 'ਚ ਦੇ ਸਕਦਾ ਹੈ। ਪਰ ਧਰਮ ਸਵੈਮ ਕਮਾਣਾ ਪੈਂਦਾ ਹੈ, ਪਿਓ ਪੁੱਤਰ ਨੂੰ ਨਹੀਂ ਦੇ ਸਕਦਾ, ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ। ਇਸ ਦਾ ਇਤਿਹਾਸਕ ਸਬੂਤ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੀ ਬੜੀ ਕੋਸ਼ਿਸ਼ ਸੀ ਕਿ ਮੇਰਾ ਜਿਹੜਾ ਵੱਡਾ ਪੁੱਤਰ ਹੈ ਪ੍ਰਿਥੀ ਚੰਦ, ਇਹ ਵੀ ਨਾਮ ਦਾ ਰਸੀਆ ਬਣੇ, ਇਹ ਵੀ ਬਾਣੀ ਪੜ੍ਹੇ, ਇਹ ਵੀ ਪ੍ਰਮਾਤਮਾ ਨਾਲ ਜੁੜੇ। ਪਰ ਨਹੀਂ, ਉਹ ਝਗੜਦਾ ਹੀ ਰਿਹਾ, ਉਹ ਨਾਸਤਿਕ ਹੀ ਰਿਹਾ, ਉਹ ਕਲੇਸ਼ ਪਾਉਂਦਾ ਰਿਹਾ। ਉਹਦੇ ਸੰਬੰਧ ਵਿੱਚ ਮਹਾਰਾਜ ਦੇ ਬੋਲ ਵੀ ਨੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਉਹ ਲੜਦਾ ਹੀ ਰਿਹਾ, ਝਗੜਦਾ ਰਿਹਾ। ਇੱਛਾ ਖਾਹਿਸ਼ ਹੋਣ ਦੇ ਬਾਵਜੂਦ ਵੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਪ੍ਰਿਥੀ ਚੰਦ ਭਗਤ ਨਾ ਬਣ ਸਕਿਆ, ਸੰਤ ਨਾ ਬਣ ਸਕਿਆ, ਧਰਮੀ ਨਾ ਬਣ ਸਕਿਆ। ਇੱਥੇ ਪਿਤਾ ਪੁੱਤਰ ਦੀ ਝੋਲੀ 'ਚ ਨਹੀਂ ਪਾ ਸਕਿਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਾਮ ਦਾ ਰਸ ਮੇਰੇ ਕੋਲ ਹੈ, ਜੋ ਧਰਮ ਮੇਰੇ ਕੋਲ ਹੈ, ਉਹ ਮੇਰੇ ਬਾਪੂ ਕੋਲ ਵੀ ਹੋਵੇ, ਉਹ ਮੇਰੇ ਪਿਤਾ ਕੋਲ ਵੀ ਹੋਵੇ। ਪਰ ਨਹੀਂ, ਹਰਨਾਕਸ਼ ਇਸ ਦੌਲਤ ਤੋਂ ਵਾਂਝਾ ਹੀ ਰਹਿ ਗਿਆ। ਜੋ ਨਾਮ ਦੀ ਦੌਲਤ ਪ੍ਰਹਿਲਾਦ ਕੋਲ ਸੀ, ਉਹ ਹਰਨਾਕਸ਼ ਕੋਲ ਨਹੀਂ ਸੀ। ਚਾਹੁੰਦੇ ਸਨ ਪ੍ਰਹਿਲਾਦ ਕਿ ਮੇਰੇ ਬਾਪੂ ਕੋਲ ਵੀ ਹੋਵੇ, ਪਰ ਗੱਲ ਨਹੀਂ ਬਣੀ। ਚਾਹੁੰਦੇ ਸਨ ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਪੁੱਤਰ ਕੋਲ ਵੀ ਹੋਵੇ, ਪਰ ਗੱਲ ਨਾ ਬਣੀ। ਇੱਥੇ ਇੱਕ ਦੂਜੇ ਨੂੰ ਇਹ ਦੌਲਤ ਦਿੱਤੀ ਨਹੀਂ ਜਾ ਸਕਦੀ, ਸਵੈਮ ਕਮਾਣੀ ਪੈਂਦੀ ਹੈ, ਆਪ ਕਮਾਣੀ ਪੈਂਦੀ ਹੈ। ਮਨੁੱਖ ਉਸੇ ਦਿਨ ਪੂਰਨ ਬਣਦਾ ਹੈ, ਧਾਰਮਿਕ ਤੌਰ ਤੇ ਉਸੇ ਦਿਨ ਧਨਵਾਨ ਬਣਦਾ ਹੈ, ਜਿਸ ਦਿਨ ਇਸ ਦੇ ਕੋਲ ਗਿਆਨ ਵੀ ਹੋਵੇ ਔਰ ਸ਼ਰਧਾ ਵੀ ਹੋਵੇ, ਅੰਦਰੋਂ ਪੂਰਨ ਹੋ ਜਾਂਦਾ। ਤੋ ਸਾਹਿਬ ਕਹਿੰਦੇ ਨੇ ਮਿਹਨਤ ਮੁਸ਼ੱਕਤ ਇਹ ਮੇਰਾ ਸਹੁਰਾ ਹੈ, ਸੁਰਤ ਮੇਰੀ ਸੱਸ ਹੈ। ਇਹਨਾਂ ਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਨੇ ਉਹ ਮੇਰੀ ਕਾਮਣ ਹੈ, ਕਰਨੀ ਕਾਮਣ ਕਰ ਮਨ ਲੈ। ਤਾਂ ਤ੍ਰਿਪਤਾ ਜੀ ਬੋਲ ਉੱਠੇ, ਨਾਨਕ ਜੀ ਸੁਲੱਖਣੀ ਦੇ ਨਾਲ ਵਿਆਹ ਅਸੀਂ ਕਰਾਇਆ ਸੀ, ਭਗਤੀ ਰੂਪੀ ਕਾਮਣ ਨਾਲ ਵਿਆਹ ਕਿਸ ਨੇ ਕਰਾਇਆ ਔਰ ਕਦੋਂ ਹੋਇਆ? ਗੁਰੂ ਨਾਨਕ ਇਸ ਦੇ ਸੰਬੰਧ ਵਿੱਚ ਵੀ ਦੱਸਦੇ ਨੇ। ਸਾਹਿਬ ਕਹਿੰਦੇ ਨੇ ਸਾਹਾ ਸੰਜੋਗ ਵਿਆਹ ਵਿੰਜੋਗ। ਸਤਪੁਰਸ਼ਾਂ ਦਾ ਜੋ ਸੰਜੋਗ ਹੋਇਆ, ਜੋ ਸਤਸੰਗ ਨਸੀਬ ਹੋਏ, ਇਹ ਮੇਰੀ ਮੰਗਣੀ ਹੋਈ ਸੀ। ਸਤਪੁਰਸ਼ਾਂ ਦੀ ਸੋਭਤ ਵਿੱਚ ਮੈਂ ਬੈਠਾ ਤਾਂ ਭਗਤੀ ਨਾਲ ਰਿਸ਼ਤਾ ਜੁੜਿਆ। ਸਤਸੰਗ ਦਾ ਸੰਜੋਗ ਮੇਰੀ ਮੰਗਣੀ ਹੋਈ ਸੀ, ਤੇ ਜਦ ਵਿਕਾਰਾਂ ਦਾ ਵਿਯੋਗ ਹੋ ਗਿਆ, ਦੁਰਾਚਾਰ ਨਿਕਲ ਗਏ, ਦੁਸ਼ਕਰਮ ਢਹਿ ਗਏ, ਤਾਂ ਮੇਰਾ ਵਿਆਹ ਹੋ ਗਿਆ। ਇਹ ਮੇਰਾ ਵਿਆਹ ਹੋਇਆ। ਦੁਸ਼ਕਰਮ ਦੇ ਖਤਮ ਹੁੰਦਿਆਂ, ਗਲਤ ਵਿਚਾਰਾਂ ਦੇ ਖਤਮ ਹੁੰਦਿਆਂ, ਗਲਤ ਕਰਮ ਦੇ ਮਿਟਦਿਆਂ ਹੀ ਭਗਤੀ ਪ੍ਰਗਟ ਹੋ ਗਈ, ਭਗਤੀ ਮੈਨੂੰ ਮਿਲ ਗਈ। ਸਾਹਾ ਸੰਜੋਗ ਵਿਆਹ ਵਿੰਜੋਗ, ਸਤਪੁਰਸ਼ਾਂ ਦੇ ਸੰਜੋਗ ਨਾਲ ਰਿਸ਼ਤਾ ਜੁੜਿਆ ਸੀ। ਗੁਲਿਸਤਾਨ ਵਿੱਚ ਇੱਕ ਬੋਲ ਬੜਾ ਕੀਮਤੀ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਦੀ ਇਹ ਮਹਾਨ ਰਚਨਾ ਹੈ ਗੁਲਿਸਤਾਨ। ਕਹਿੰਦੇ ਨੇ ਉਹ ਇੱਕ ਦਿਨ ਬੈਠੇ ਸਨ, ਹੱਥ ਧੋ ਰਹੇ ਸਨ ਮਿੱਟੀ ਦੇ ਨਾਲ। ਕੋਲ ਬੈਠੇ ਉਹਨਾਂ ਦੇ ਸ਼ਾਗਿਰਦ ਉਹ ਪੁੱਛਦੇ ਨੇ, ਉਸਤਾਦ ਜੀ ਤੁਹਾਡੇ ਚਿਹਰੇ ਤੇ ਹਰ ਵਕਤ ਮਸਤੀ ਰਹਿੰਦੀ ਹੈ, ਰੌਣਕ ਰਹਿੰਦੀ ਹੈ, ਤੁਸੀਂ ਖੁਸ਼ ਰਹਿੰਦੇ ਹੋ, ਆਨੰਦ ਵਿੱਚ ਰਹਿੰਦੇ ਹੋ, ਜਦ ਕਿ ਅੱਠੇ ਪੈਰ ਆਪਣੇ ਆਪ ਨੂੰ ਖੁਸ਼ ਰੱਖਣਾ ਬੜੀ ਔਖੀ ਗੱਲ ਹੈ, ਪਰ ਤੁਸੀਂ ਅੱਠੇ ਪੈਰ ਖੁਸ਼ ਰਹਿੰਦੇ ਹੋ, ਅੱਠੇ ਪੈਰ ਪ੍ਰਸੰਨ ਰਹਿੰਦੇ ਹੋ, ਅੱਠੇ ਪੈਰ ਖੇੜੇ ਤੇ ਮਸਤੀ ਵਿੱਚ ਰਹਿੰਦੇ ਹੋ। ਆਖਿਰ ਤੁਹਾਡੇ ਕੋਲ ਐਸੀ ਕੀ ਚੀਜ਼ ਹੈ? ਸਾਨੂੰ ਵੀ ਇਹ ਰਾਜ਼ ਦੱਸੋ। ਤਾਂ ਕਹਿੰਦੇ ਨੇ ਜੋ ਮਿੱਟੀ ਹੱਥਾਂ ਦੇ ਸੀ ਸ਼ੇਖ ਸਾਦੀ ਦੇ, ਉਸ ਮਿੱਟੀ ਨੂੰ ਆਪ ਸੁੰਘਣ ਲੱਗ ਪਏ, ਕਾਫੀ ਦੇਰ ਤੱਕ ਸੁੰਘਦੇ ਰਹੇ। ਸ਼ਾਗਿਰਦ ਕਹਿੰਦੇ ਰਹੇ, ਉਸਤਾਦ ਜੀ ਸਾਨੂੰ ਦੱਸੋ ਕਿ ਤੁਹਾਡੇ ਕੋਲ ਇਤਨੀ ਪ੍ਰਸੰਨਤਾ ਕਿਸ ਤਰ੍ਹਾਂ ਹੈ, ਇਤਨਾ ਖੇੜਾ ਕਿਸ ਤਰ੍ਹਾਂ ਹੈ? ਸ਼ੇਖ ਸਾਦੀ ਕਹਿਣ ਲੱਗੇ, ਤੁਹਾਡਾ ਸਵਾਲ ਮੈਂ ਮਿੱਟੀ ਤੇ ਕੀਤਾ ਹੈ, ਮਿੱਟੀ ਬੋਲੇਗੀ, ਮੈਂ ਦੱਸਾਂਗਾ। हैरान ने विद्यार्थी, पर बड़ी सुंदर नज़म दे राही विद्यार्थियों को समझाया है। ईरान दे प्रसिद्ध संत शेख सादी ने, गिले खुशबू दर हुमाम रोजे, रसीद अज दस्ते महबूब बदस्तम। कहता है कि एक दिन घर वाली दे हथों मैनू खुशबूदार मिट्टी हथ धोण वास्ते प्राप्त हुई। गुफ्तम तू मुश्की अंबर
या अंबेरी कि अज खुशबू दी लावी जे तो मस्तम। शेख सादी साहब कहते मैं बोलिया उस मिट्टी नूं, आखिया दस तू मुश्की है, अंबर है, अंबेरी है, आया कीड़ा सेंट है, कीड़ा अतर है तू, क्योंकि तेरी सुगंधी ने मेरे दिल दिमाग नूं मुअत्तर कर दिता। ऐ ते तू मिट्टी। मुश्की, अंबर, अंबेरी गजनी काबल दे विच जो अतर वरते जाते हैं उन्हां दे नाम ने प्राचीन समय तो। गुफ्तम तू मुश्की अंबर या अंबेरी कि अज खुशबू दी लावी जे तो मस्तम। दसते सही तो मुश्की है, अंबर है, अंबेरी है, कौन है, क्योंकि तेरी सुगंधी ने मेरे दिल दिमाग नूं मुअत्तर कर दिता। शेख सादी लिखदे न, मिट्टी बोली बाओ गुफ्ता मन गिले ना चीज बूदम वलैकिन मुद्दते बागुल निशस्तम। मिट्टी बोली ऐ शेख, ऐ फकीर साईं, मैं एक नाचीज मिट्टी हाँ। बाओ गुफ्ता मन गिले नाचीज बूदम, गिले मिट्टी, मैं एक नाचीज मिट्टी हाँ। वलैकिन मुद्दते बागुल निशस्तम, पर मैं एक खास समय तक फुल्लां दे कोल रही हाँ, फुल्लां दी जड़ां दे विच रही हाँ, फुल्लां दी संगत कीती है। जमाले हम नशे दरमन असर करद वगरना मन हमा खाकम के हस्तम। फुल्लां दी संगत करके, फुल्लां दी नेड़ करके मेरे विच भी सुगंधी आ गई है, महक आ गई है, वरना मैं ते एक नाचीज मिट्टी हाँ। तो शेख सादी साहब कहने लगे मैं एक नाचीज मिट्टी दा पुतला, सतपुरुषां दी सोहबत करके ये गुणा दी सुगंधी मेरे अंदर पैदा हुई है। ये जो महक है ये मेरी अपनी नहीं, किसे तो मिली है। ये जो चमक दमक मेरे कोल है ये मेरी अपनी नहीं, मैनू किसे तो मिली है। तो साहिब गुरु नानक देव जी महाराज दा फरमान, सतपुरुषां दी जो सोहबत नसीब हुई ये मेरी मंगनी हुई, और संसारिक विकारां दा जो त्याग हो गया ये मेरा विआह होया। तो त्रिपता जी ने पूछ लिया, पुत्र नानक इस भक्ति रूपी कामण ने किसी संतत नूं भी जन्म दिता है? थोड़ी कोई औलाद भी है, थोड़ा कोई बच्चा भी है? क्योंकि परिवार बच्चे तो बिना भी ते अधूरा है। साहब कहते हाँ, सच संतत कहो नानक जोग, इस भक्ति रूपी कामण ने सच रूपी पुत्र नूं जन्म दिता है, ज्ञान रूपी पुत्र नूं जन्म दिता है, ईश्वर नूं जन्म दिता है। हैरान होवोगे कि ईश्वर दे नाम भगत लोग रखते हैं। हुण मां बाप बच्चियां दे नाम रखते हैं, पर भगत रब दे नाम रखते हैं जो जगत पिता। ये गल उल्टी है। मां बाप बच्चियां नूं जन्म देंदे ने, भगत रब नूं जन्म देंदे ने। साधु सतम जानो नानक प्रीत कारणे। गुरु अर्जन देव जी महाराज दा कहना, अगर साधु ते भगत ना होवन तो ईश्वर दी होंद दा कोई पता भी नहीं चलेगा। ये वो ही प्रगट करते हैं, उसकी होंद नूं, उसकी असलीयत नूं, उसकी वास्तविकता नूं जगत के सामने रखते हैं। तो सच रूपी पुत्र नूं जन्म दिता है, ज्ञान रूपी पुत्र नूं जन्म दिता है। कहो नानक जोग मैं इसे ही परिवार जोगा। मुख्तसर इस परिवार की तफसील गुरु नानक का कहना है, जिथे सतसंग होवेगा उत्थे चंगी मत होवेगी, जिथे चंगी मत होवेगी उत्थे संतोख होवेगा, जिथे संतोख होवेगा उत्थे अपनी मेहनत ते भरोसा होवेगा, जिथे अपनी मेहनत ते ही भरोसा होवेगा, भरालवत ते भरोसा होवेगा, उत्थे सुरत दे च एकाग्रता होवेगी, जिथे सुरत दे च एकाग्रता होवेगी उत्थे विकारां दा त्याग होवेगा, जिथे विकारां दा त्याग होवेगा उत्थे भगती होवेगी, और जिथे भगती होवेगी उत्थे ज्ञान होवेगा, और जिथे ज्ञान होवेगा उत्थे परमात्मा आप होवेगा।